सतनाम श्री वाहिगुरु साहिब जीओ। ज्ञान ध्यान किछ कर्म न जाना, नाहिन निर्मल करनी। साधे संगत कै अंचल लाव, बिखम नदी जाए तरनी। जेता समुंद सागर नीर भरिया, तेते औगण हमारे। दया करो किछ मेहर उपावहो, डुबदे पत्थर तारे। जिया डागना बराबर तपै, भीतर वगै घाती। प्रण वाते नानक हुक्म पछाणै, सुख होवै दिन राती। प्रण वत नानक हुक्म पछाणै, सुख होवै दिन राती। जुगो जुग टल। चबर छादर दखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे चरण कमलां अंदर जुड़ बैठी गुरु प्यारी गुरु सवारी। गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बैठन दी कृपालता करिए। समय और ਸਵਾਸਾਂ ਨੂੰ ਸਫਲਾ ਕਰੀਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕੀਤੀ ਆ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਇਧਰ मालवे इलाके ਡਰੋਲੀ ਭਾਈ ਕੀ ਨਗਰ ਸਾਈਂ ਦਾਸ ਉਹਨਾਂ ਦੇ ਕੋਲ ਸਤਿਗੁਰੂ ਜੀ ਦਰ ਮੋਗੇ ਜ਼ਿਲ੍ਹੇ ਦੇ ਵਿੱਚ ਪਧਾਰੇ ਆ। ਤੇ ਇੱਥੇ ਸਤਿਗੁਰੂ ਜੀ ਨੇ ਵਿਸਾਖੀ ਦੇ ਤਿਉਹਾਰ ਦੇ ਸੰਬੰਧ ਵਿੱਚ ਵੱਡੇ ਪੱਧਰ ਤੇ ਸਤਿਗੁਰਾਂ ਨੇ ਸੰਗਤਾਂ ਨੂੰ ਦਰਸ਼ਨਾਂ ਦੀ ਦਾਰੇ ਬਖਸ਼ੇ, ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਹੁਣ ਕਾਫੀ ਲੰਮਾ ਸਮਾਂ ਹੋ ਗਿਆ ਗੁਰੂ ਸਤਿਗੁਰੂ ਜੀ ਨੂੰ ਇਧਰ ਮਾਲਵੇ ਇਲਾਕੇ ਵਿਖੇ ਪਹੁੰਚੇ ਆ। ਬਖਸ਼ਿਸ਼ ਰਹਿਮਤ ਕਰਦੇ ਆ ਤੇ ਸਤਿਗੁਰੂ ਜੀ ਦੇ ਸਨਮੁਖ ਰੋਜ਼ਾਨਾ ਕਹਿੰਦੇ ਸੰਗਤ ਜੁੜਦੀ ਹੈ, ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੀ। ਸਤਿਗੁਰੂ ਜੀ ਵੀ ਹਰੇਕ ਮਨੁੱਖ ਦੀ ਝੋਲੀ ਭਰੀ ਜਾ ਰਹੇ ਨੇ। ਤੇ ਕਹਿੰਦੇ ਸਮਾਂ ਬਤੀਤ ਹੋਇਆ, ਹੁਣ ਸਤਿਗੁਰੂ ਜੀ ਦੇ ਪ੍ਰਤੀ ਇਹ ਵਿਚਾਰ ਇਹ ਮਾਲਵੇ ਇਲਾਕੇ ਥਾਂ ਥਾਂ ਤੇ ਪ੍ਰਚਲਿਤ ਹੋ ਗਈ ਕਿ ਸਤਿਗੁਰੂ ਜੀ ਇੱਧਰ ਪਹੁੰਚੇ ਆ। ਹੁਣ ਜਿਹੜੀ ਸੰਗਤ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਸਤਿਗੁਰੂ ਦੇ ਦਰਸ਼ਨ ਪੈ ਕਰਦੀ ਸੀ, ਉਹ ਸੰਗਤ ਇੱਧਰ ਡਰੋਲੀ ਭਾਈ ਕੇ ਨਗਰ ਵਿਖੇ ਪਹੁੰਚ ਕੇ ਸਤਿਗੁਰੂ ਦੇ ਦਰਸ਼ਨਾਂ ਦੀ ਦਾਰੇ ਪੇ ਕਰਦੇ ਆ। ਜਿਨ੍ਹਾਂ ਨੇ ਅਜੇ ਤੱਕ ਕਦੇ ਵੀ ਸਤਿਗੁਰ ਦੇ ਦਰਸ਼ਨ ਨਹੀਂ ਨਾ ਕੀਤੇ, ਉਹ ਵੀ ਹੁਣ ਸਤਿਗੁਰ ਦੇ ਸਨਮੁਖ ਆ ਕੇ ਨਜ਼ਦੀਕ ਹੋਣ ਦੇ ਕਾਰਨ ਕਰਕੇ ਇਧਰ ਮਾਲਵੇ ਇਲਾਕੇ ਦੇ ਲੋਕ ਸਤਿਗੁਰ ਦੇ ਦਰਸ਼ਨ ਕਰਦੇ ਆ। ਤੇ ਕਹਿੰਦੇ
ਸਮਾਂ ਬਤੀਤ ਹੁੰਦਾ ਗਿਆ। ਇਸੇ ਤਰ੍ਹਾਂ ਉਸ ਡਰੋਲੀ ਨਗਰ ਦੇ ਨਾਲ ਹੀ ਕਹਿੰਦੇ ਇੱਕ ਨਗਰ ਹੈ, ਜਿਹੜਾ ਕਿ ਵੱਡਾ ਘਰ ਨਗਰ ਪਿੰਡ ਹੈ, ਉਹ ਵਸਦਾ ਉੱਥੇ ਵੱਡਾ ਘਰ। ਉੱਥੋਂ ਦਾ ਇੱਕ ਗੁਰਸਿੱਖ ਹੈ ਸਤਿਗੁਰੂ ਜੀ ਦਾ, ਤਰਖਾਣ ਗੁਰਸਿੱਖ ਜੀ ਦਾ ਨਾਮ ਕਵੀ ਸੰਤੋਖ ਸਿੰਘ ਜੀ ਭਾਈ ਆਕਲ ਕਰਕੇ ਵਰਣਨ ਕਰਦੇ ਆ। ਉਹ ਵੱਡੇ ਘਰ ਪਿੰਡ ਦਾ ਨਗਰ ਦਾ ਇਹ ਤਰਖਾਣ ਗੁਰਸਿੱਖ ਹੈ ਸਤਿਗੁਰ ਦਾ, ਜਿਹਦੇ ਤੇ ਬਹੁਤ ਬਖਸ਼ਿਸ਼ ਰਹਿਮਤ ਹੈ, ਜਿਹੜਾ ਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਦਾ ਇਹ ਸਿੱਖ ਹੈ, ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜਿਆ। ਇਹਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਸੰਗਤ ਬਹੁਤ ਕੀਤੀ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਆ। ਤੇ ਏਦਾਂ ਇਹ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਦੇ ਵੇਲੇ ਦਾ ਹੀ ਕਹਿੰਦੇ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜਿਆ। ਇਹਦੇ ਗ੍ਰਹਿ ਵਿਖੇ ਇੱਕ ਪੁੱਤਰੀ ਹੈ, ਉਹਨੇ ਜਨਮ ਲਿਆ, ਜੋ ਕਿ ਬਹੁਤ ਹੀ ਸਿੱਖੀ ਦੇ ਅਸੂਲਾਂ ਦੇ ਉਹਨੂੰ ਸਮਝਾ ਕੇ ਸਿੱਖੀ ਦਾ ਪ੍ਰਦਾਨ ਦੇ ਕੇ ਉਹਨੂੰ ਕਹਿੰਦੇ ਉਹਦੀ ਪਰਵਰਿਸ਼ ਕੀਤੀ ਹੈ, ਉਹਦੀ ਪਾਲਣਾ ਪੋਸ਼ਣਾ ਕੀਤੀ ਹੈ। ਅੱਗੋਂ ਲੜਕੀ ਕਹਿੰਦੇ 7 ਸਾਲਾਂ ਦੀ ਹੋਈ ਹੈ ਤੇ ਉਹਦੇ ਮਨ ਵਿੱਚ ਵੀ ਬੜਾ ਪਿਆਰ ਹੈ ਸਤਿਗੁਰ ਦੇ ਸਿੱਖੀ ਦਾ, ਸਤਿਗੁਰ ਦੀ ਵਿਚਾਰ ਦਾ। ਤੇ ਜਦੋਂ 7 ਸਾਲਾਂ ਦੀ ਹੋਈ ਹੈ, ਤਰਖਾਣ ਭਾਈ ਆਕਲ ਦੀ ਇਹ ਲੜਕੀ, ਉਹਨੇ ਵਿਚਾਰ ਕੀਤੀ ਕਿ ਹੁਣ ਇਹ ਲੜਕੀ ਨੂੰ ਵਿਆਹ ਦੇਣਾ ਚਾਹੀਦਾ, ਵਿਆਹ ਆਨੰਦ ਕਾਰਜ ਕਰ ਦੇਣੇ ਚਾਹੀਦੇ, ਜੋਗ ਵਰ ਲੱਭ ਕੇ ਕਿਵੇਂ ਨਾ ਕਿਵੇਂ ਸ਼ਾਦੀ ਕਰ ਦੇਣੀ ਚਾਹੀਦੀ ਹੈ। ਤੇ ਕਹਿੰਦੇ ਭਾਈ ਆਕਲ ਨੇ ਵਿਚਾਰ ਕੀਤੀ ਹੈ, ਇੱਕ ਬ੍ਰਾਹਮਣ ਨੂੰ ਆਪਣੇ ਗ੍ਰਹਿ ਵਿਖੇ ਸੱਦਿਆ ਤੇ ਉਹਨੂੰ ਸਾਰੀ ਵਿਚਾਰ ਦੱਸ ਦਿੱਤੀ ਹੈ ਕਿ ਸਾਨੂੰ ਵੀ ਬਹੁਤ ਵਧੀਆ ਚੰਗਾ ਵਧੀਆ ਪਰਿਵਾਰ ਚਾਹੀਦਾ, ਅਸੀਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਾਂ। ਉਹ ਪਰਿਵਾਰ ਦੇ ਵਿੱਚ ਚੰਗੀ ਵਿਚਾਰ ਹੋਵੇ, ਚੰਗੇ ਗੁਣ ਹੋਣ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਵੇ ਉਹਨਾਂ ਵਿੱਚ। ਤੇ ਭਾਈ ਆਕਲ ਤੋਂ ਇਹ ਬ੍ਰਾਹਮਣ ਨੇ ਆਗਿਆ ਲੈ ਕੇ ਕਹਿੰਦੇ ਜਿਵੇਂ ਉਹਨੇ ਦੱਸਿਆ ਤਵੇਂ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਰਿਸ਼ਤਾ ਲੱਭਦਾ ਇੱਕ ਨਗਰ ਵਿਖੇ ਗਿਆ ਇਹ ਬ੍ਰਾਹਮਣ, ਉਸ ਨਗਰ ਦਾ ਨਾਮ ਸਤਿਗੁਰ ਦੀ ਕਿਰਪਾ ਦੇ ਨਾਲ ਕਹਿੰਦੇ ਤੁਕਲਾਣੀ ਨਗਰ ਹੈ। ਉਹ ਤੁਕਲਾਣੀ ਨਗਰ ਇਧਰ ਜਿਸ ਨਗਰ ਦਾ ਅਜੋਕੇ ਸਮੇਂ ਦੇ ਵਿੱਚ ਨਾਮ ਭਾਈ ਰੂਪਾ ਕਰਕੇ ਵਰਣਨ ਕੀਤਾ ਜਾਂਦਾ ਨਾ, ਉਹ ਨਗਰ ਹੈ। ਭਾਈ ਰੂਪੇ ਨਗਰ ਦੇ ਕੋਲ ਇਹ ਜਿਹੜਾ ਨਗਰ ਹੈ ਤੁਕਲਾਣੀ ਨਗਰ ਪਿੰਡ ਹੈ। ਇਥੋਂ ਦਾ ਇੱਕ ਤਰਖਾਣ ਸਿੱਖ ਹੈ, ਮਨੁੱਖ ਹੈ, ਜਿਹਦਾ ਨਾਮ ਸਾਦਾ, ਭਾਈ ਸਾਦਾ ਕਰਕੇ ਵਰਣਨ ਕੀਤਾ ਗਿਆ। ਤੇ ਭਾਈ ਸਾਦੇ ਦਾ ਪੁੱਤਰ ਜਿਹਦਾ ਨਾਮ ਭਾਈ ਸਾਧੂ, ਕਹਿੰਦੇ ਬ੍ਰਾਹਮਣ ਲੱਭਦਾ ਰਿਸ਼ਤਾ ਢੂੰਡ ਕਰਦਾ ਉਸ ਤੁਕਲਾਣੀ ਨਗਰ ਦੇ ਵਿੱਚ ਭਾਈ ਸਾਦੇ ਦੇ ਗ੍ਰਹਿ ਵਿਖੇ ਉਹਦੇ ਪੁੱਤਰ ਸਾਧੂ ਦੇ ਨਾਲ ਕਹਿੰਦੇ ਪੂਰਨ ਵਿਚਾਰ ਕਰਕੇ ਦੇਖ ਕੇ ਰਿਸ਼ਤਾ ਪੱਕਾ ਕਰ ਦਿੱਤਾ। ਤੇ ਪਹਿਲੀ ਇਹ ਵਿਚਾਰ ਹੁੰਦੀ ਸੀ ਪਹਿਲੇ ਸਮਿਆਂ ਦੇ ਵਿੱਚ ਗੁਰੂ ਪਿਆਰਿਓ, ਜਿੱਥੇ ਇੱਕ ਦਫਾ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਸੀ, ਉੱਥੇ ਪੂਰਨ ਤੌਰ ਤੇ ਰਿਸ਼ਤਾ ਪੱਕਾ ਮੰਨਿਆ ਜਾਂਦਾ ਸੀ। ਉਹ ਸਗਾਈ, ਉਹ ਰਿਸ਼ਤਾ, ਉਹ ਵਿਆਹ ਕਰਨਾ ਪੈਂਦਾ ਸੀ, ਭਾਵੇਂ ਜਿਵੇਂ ਮਰਜ਼ੀ ਦੀ ਰੁਕਾਵਟ ਆਵੇ, ਜਿਵੇਂ ਮਰਜ਼ੀ ਦੀ ਵਿਚਾਰ ਬਣੇ, ਪਹਿਲਾਂ ਹੀ ਵਿਚਾਰ ਕਰਨੀ, ਸੋਚ ਸਮਝ ਕੇ ਉਹ ਵਿਚਾਰ ਕਰਨੀ ਪੈਂਦੀ ਸੀ, ਦੇਖਣਾ ਪਰਖਣਾ ਪੈਂਦਾ ਸੀ ਪਹਿਲਾਂ ਹੀ। ਬਾਅਦ ਵਿੱਚ ਫਿਰ ਕਹਿੰਦੇ ਉਹ ਉਸੇ ਤਰ੍ਹਾਂ ਹੀ ਪੱਕਾ, ਜਿਵੇਂ ਬ੍ਰਾਹਮਣ ਨੇ ਉਹ ਰਿਸ਼ਤਾ ਸ਼ਗਨ ਲਾ ਕੇ ਪੱਕਾ ਤੈਅ ਕਰ ਦਿੱਤਾ ਜਾਂਦਾ, ਉਵੇਂ ਫਿਰ ਉਹ ਤੇ ਸਿਰੇ ਚਾੜਿਆ ਜਾਂਦਾ। ਉਹ ਇਸੇ ਤਰ੍ਹਾਂ ਬ੍ਰਾਹਮਣ ਨੇ ਦੇਖਿਆ, ਕਹਿੰਦੇ ਘਰ ਦੇ ਵਿੱਚ ਚੰਗਾ ਕਾਰੋਬਾਰ ਹੈ, ਜ਼ਮੀਨ ਜਾਇਦਾਦ ਹੈ,
ਚੰਗਾ ਰੁਤਬੇ ਵਾਲੇ ਨੇ। ਭਾਈ ਸਾਧੂ ਜੀ ਤੁਕਲਾਣੀ ਨਗਰ ਦੇ, ਇਹਦਾ ਪਿਤਾ ਸਾਦਾ ਜੀ ਵਧੀਆ ਚੰਗੇ ਜੀਵਨ ਵਾਲੇ ਆ। ਨਗਰ ਦੇ ਵਿੱਚ, ਇਲਾਕੇ ਦੇ ਵਿੱਚ ਉਹਨਾਂ ਦਾ ਨਾਮ ਹੈ। ਇਹਨੇ ਵਿਚਾਰ ਕਰਕੇ ਕਹਿੰਦੇ ਭਾਈ ਆਕੁਲ ਦੀ ਲੜਕੀ ਦਾ ਰਿਸ਼ਤਾ ਭਾਈ ਸਾਦੇ ਦੇ ਪੁੱਤਰ ਸਾਧੂ ਦੇ ਨਾਲ ਤੈਅ ਕਰ ਦਿੱਤਾ। ਤੇ ਜਦੋਂ ਖੁਸ਼ੀ ਖੁਸ਼ੀ ਵਾਪਸ ਆਇਆ, ਆ ਕੇ ਵੱਡੇ ਘਰ ਨਗਰ ਵਿਖੇ ਭਾਈ ਆਕੁਲ ਨੂੰ ਆ ਕੇ ਦੱਸਿਆ। ਕਹਿੰਦੇ ਜੀ ਤੁਹਾਡੀ ਲੜਕੀ ਦਾ ਰਿਸ਼ਤਾ ਪੱਕਾ ਕਰਾਇਆ, ਜਿੱਦਾਂ ਦਾ ਤੁਹਾਨੂੰ ਰਿਸ਼ਤਾ ਚਾਹੀਦਾ ਸੀ ਉਦਾਂ ਦਾ ਕਰਿਆ ਆ। ਉਸ ਵੇਲੇ ਭਾਈ ਆਕੁਲ ਜੀ ਬੜੇ ਖੁਸ਼ ਹੋਏ। ਉਹ ਬ੍ਰਾਹਮਣ ਨੇ ਸਾਰੀਆਂ ਗੱਲਾਂ ਦਸੀਆਂ। ਕਹਿੰਦੇ ਜਿਵੇਂ ਜਿਵੇਂ ਤੁਹਾਨੂੰ ਚਾਹੀਦਾ ਸੀ ਤਿਵੇਂ ਤਿਵੇਂ ਸਾਰੀਆਂ ਗੱਲਾਂ ਪੂਰੀਆਂ। ਜਦੋਂ ਗੱਲ ਕਰਦੇ ਕਰਦੇ ਵਿਚਾਰ ਚੱਲੀ ਕਿ ਜਿਹੜੇ ਪਰਿਵਾਰ ਦੇ ਨਾਲ ਭਾਈ ਤੂੰ ਰਿਸ਼ਤਾ ਕਰਕੇ ਆਇਆ, ਕੀ ਉਹ ਪਰਿਵਾਰ ਗੁਰਸਿੱਖ ਹੈ? ਭਾਈ ਆਕੁਲ ਜੀ ਸਤਿਗੁਰ ਦੇ ਸੇਵਕ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਦੇ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਪਿਆਰ ਕਰਦੇ ਆ, ਭਾਵਨਾ ਕਰਦੇ ਆ। ਸਿੱਖੀ ਦੇ ਵਿੱਚ ਪ੍ਰਫੁੱਲਤ ਹੈ, ਪੂਰਨ ਸਤਿਗੁਰ ਦੀ ਕਿਰਪਾ। ਉਸ ਵੇਲੇ ਭਾਈ ਆਕੁਲ ਜੀ ਚੌਥੇ ਪਾਤਸ਼ਾਹ ਤੋਂ ਇਹ ਬੇਨਤੀਆਂ ਅਰਦਾਸਾਂ ਕਰਦਾ ਆਇਆ ਸੀ ਕਿ ਸਤਿਗੁਰ ਜੀ ਆਪ ਜੀ ਦੀ ਕਿਰਪਾ ਮੇਰੇ ਤੇ ਵਰਤੀ, ਮੈਨੂੰ ਤੇ ਸਿੱਖੀ ਪ੍ਰਦਾਨ ਕੀਤੀ ਆਪ ਜੀ ਨੇ। ਪਰ ਜਿਨ੍ਹਾਂ ਦੇ ਨਾਲ ਸਾਡਾ ਕੋਈ ਸੰਬੰਧ ਜੁੜੇ, ਕੋਈ ਰਿਲੇਸ਼ਨ ਬਣੇ, ਕੋਈ ਰਿਸ਼ਤੇਦਾਰੀ ਬਣੇ, ਤੇ ਉਹ ਵੀ ਕਹਿੰਦੇ ਗੁਰਸਿੱਖ ਹੋਣੇ ਚਾਹੀਦੇ ਆ। ਉਹ ਵੀ ਇਦਾਂ ਦੇ ਪਰਿਵਾਰ ਹੋਣੇ ਚਾਹੀਦੇ। ਵੈਸੇ ਸੰਸਾਰ ਦੇ ਵਿੱਚ ਇਹ ਸੁਭਾਵਿਕ ਗੱਲ ਹੈ। ਆਪਾਂ ਜਦੋਂ ਕਿਸੇ ਧੀ ਪੁੱਤਰ ਦਾ ਰਿਸ਼ਤਾ ਨਾਤਾ ਜੋੜਨ ਦੀ ਵਿਚਾਰ ਕਰਦੇ, ਸਗਾਈ ਕਰਨ ਦੀ ਵਿਚਾਰ ਕਰਨੇ ਆ ਨਾ, ਇਹ ਦੇਖੀ ਦੀ ਹੈ ਵਿਚਾਰ ਕਿ ਸਾਹਮਣੇ ਵਾਲੇ ਪਰਿਵਾਰ ਦੇ ਨਾਲ ਸਾਡੇ ਮਤਭੇਦ ਰਲਦੇ ਆ ਜਾਂ ਨਹੀਂ। ਜੇ ਰਲਦੇ ਆ ਤੇ ਜੀਵਨ ਚੰਗਾ ਬਤੀਤ ਹੁੰਦਾ, ਧੀ ਪੁੱਤਰ ਚੰਗਾ ਸੁਖ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ। ਜੇ ਮਤਭੇਦ ਨਾ ਰਲਣ ਤੇ ਸੰਸਾਰ ਦੇ ਵਿੱਚ ਕਹਿੰਦੇ ਉਹੀ ਜੀਵਨ ਦੇ ਅੰਦਰ ਅਨੇਕ ਪ੍ਰਕਾਰ ਦੇ ਦੁੱਖ ਤਕਲੀਫ ਪੈਣੇ ਸ਼ੁਰੂ ਹੋ ਜਾਂਦੇ ਆ। ਤੇ ਅਜੋਕੇ ਸਮੇਂ ਦੇ ਵਿੱਚ ਕਈ ਦਫਾ ਇੱਥੋਂ ਤੱਕ ਨੌਬਤ ਪਹੁੰਚ ਜਾਂਦੀ ਹੈ ਕਿ ਡਿਵੋਰਸ ਤੱਕ ਗੱਲਾਂ ਚਲੀਆਂ ਜਾਂਦੀਆਂ ਨੇ। ਵੱਡੇ ਵੱਡੇ ਰੌਲੇ ਪੈ ਜਾਂਦੇ, ਵੱਡੇ ਵੱਡੇ ਤਕਰਾਰ ਬਣ ਜਾਂਦੇ। ਸਤਿਗੁਰੂ ਜੀ ਕਹਿੰਦੇ ਬੇਅੰਤ ਇਦਾਂ ਦੀਆਂ ਵਿਚਾਰਾਂ ਬਣ ਜਾਂਦੀਆਂ। ਉਸ ਵੇਲੇ ਭਾਈ ਆਕੁਲ ਨੇ ਇਹ ਬੇਨਤੀ ਕੀਤੀ ਉਸ ਬ੍ਰਾਹਮਣ ਨੂੰ, ਕਹਿੰਦੇ ਰਿਸ਼ਤਾ ਤੇ ਠੀਕ ਹੈ, ਜਿਵੇਂ ਜਿਵੇਂ ਕਹਿੰਦੇ ਸੀ ਉਵੇਂ ਉਵੇਂ ਪ੍ਰਾਪਤ ਹੋਇਆ, ਜਿੱਦਾਂ ਚਾਹੁੰਦੇ ਸੀ, ਸਤਿਗੁਰ ਦੀ ਕਿਰਪਾ ਹੋਈ। ਪਰ ਇਹ ਦੱਸ ਉਹ ਪਰਿਵਾਰ ਭਾਈ ਸਾਦੇ ਦਾ ਤੁਕਲਾਣੀ ਨਗਰ ਦੇ ਵਿੱਚ ਉਹ ਪਰਿਵਾਰ ਹੈ ਜਿਹੜਾ ਗੁਰਸਿੱਖ ਹੈ ਜਾਂ ਨਹੀਂ? ਉਹ ਬ੍ਰਾਹਮਣ ਕਹਿੰਦਾ ਜੀ ਇੱਥੋਂ ਖਿਮਾ ਚਾਹੁੰਦਾ, ਇਹ ਤੇ ਮੈਂ ਪੁੱਛਿਆ ਹੀ ਨਹੀਂ ਕਿ ਗੁਰਸਿੱਖ ਹੈ ਜਾਂ ਨਹੀਂ। ਬਾਅਦ ਵਿੱਚ ਪੜਚੋਲ ਕੀਤੀ, ਜਦੋਂ ਪੁੱਛ ਦੱਸ ਕੀਤੀ ਤੇ ਪਤਾ ਲੱਗਿਆ ਕਹਿੰਦੇ ਭਾਈ ਸਾਦਾ ਉਹ ਸਾਰਾ ਪਰਿਵਾਰ ਹੀ ਸਖੀ ਸਰਵਰ ਦਾ ਉਪਾਸ਼ਕ ਹੈ। ਭਾਵ ਮੜੀਆਂ ਮਸਾਣੀਆਂ ਨੂੰ ਮੰਨਣ ਵਾਲਾ। ਉਹ ਸਾਰੇ ਹੀ ਪਰਿਵਾਰ ਸਿੱਖੀ ਨੂੰ ਤੇ ਪਿਆਰ ਕਰਦਾ ਹੀ ਨਹੀਂ। ਸਿੱਖੀ ਦਾ ਉਹਨਾਂ ਨੂੰ ਭਾਵ ਵੀ ਕੋਈ ਪਤਾ ਨਹੀਂ ਕਿ ਸਿੱਖੀ ਦਾ ਭਾਵ ਕੀ ਹੈ। ਹੁਣ ਜਦੋਂ ਇਹ ਗੱਲ ਭਾਈ ਆਕੁਲ ਨੂੰ ਪਤਾ ਲੱਗੀ ਨਾ, ਉਹਦੇ ਮਨ ਵਿੱਚ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਹੋਇਆ। ਕਹਿੰਦੇ ਸਤਿਗੁਰ ਦੀ ਕਿਰਪਾ ਦੇ ਨਾਲ ਮੈਂ ਤੇ ਗੁਰੂ ਸਤਿਗੁਰ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਰਿਹਾ ਕਿ ਜਦੋਂ ਵੀ ਕੋਈ ਪਰਿਵਾਰ ਮਿਲੇ, ਕੋਈ ਰਿਸ਼ਤਾ ਜੁੜੇ, ਗੁਰਸਿੱਖਾਂ ਦੇ ਨਾਲ ਮਿਲੇ, ਸਤਿਗੁਰ ਦੀ ਕਿਰਪਾ ਰਹਿਮਤ ਵਰਤੇ, ਚੰਗੇ ਮਤਭੇਦ ਮਿਲਣ, ਆਪਸ ਦੇ ਵਿੱਚ ਵਿਚਾਰਾ ਮਿਲਣ, ਫੇਰ ਆਨੰਦ ਵੱਖਰਾ ਹੈ। ਪਰ ਇੱਥੇ ਕਹਿੰਦੇ ਬਹੁਤ ਵੱਡੀ ਗਲਤੀ ਹੋ ਗਈ। ਹੁਣ ਕੀ ਕੀਤਾ ਜਾਵੇ? ਰਿਸ਼ਤਾ ਠੁਕਰਾ ਵੀ ਨਹੀਂ ਸਕਦੇ, ਮੋੜ ਵੀ ਨਹੀਂ ਸਕਦੇ, ਇਹ ਵਿਚਾਰ ਹੈ। ਉਸ ਵੇਲੇ ਗੁਰੂ ਪਿਆਰਿਓ ਭਾਈ ਆਕਲ ਨੇ ਜਿਵੇਂ ਕਿਵੇਂ ਕਰਕੇ ਕਹਿੰਦੇ ਵਿਆਹ ਆਨੰਦ ਕਾਰਜ ਦੀ ਜਿਹੜੀ ਤਰੀਕ ਹੈ ਉਹ ਭਾਈ ਸਾਦੇ ਤੋਂ ਤੁਕਲਾਣੀ ਨਗਰ ਤੋਂ ਮੰਗੀ ਸਾਹਾ ਲਿਖਿਆ ਗਿਆ
ਤੇ ਵਿਆਹ ਦਾ ਦਿਨ ਨਜ਼ਦੀਕ ਕੀਤਾ ਗਿਆ। ਵਿਆਹ ਆਨੰਦ ਕਾਰਜ ਦੇ ਸੰਬੰਧ ਦੇ ਵਿੱਚ ਇਧਰੋਂ ਭਾਈ ਆਕੁਲ ਵੱਲੋਂ ਤਿਆਰੀ ਕੀਤੀ ਗਈ ਵੱਡੇ ਨਗਰ ਤੋਂ, ਵੱਡੇ ਘਰ ਨਗਰ ਤੋਂ। ਉਧਰ ਤੁਕਲਾਣੀ ਨਗਰ ਦੇ ਵਿੱਚ ਭਾਈ ਸਾਦੇ ਨੇ ਆਪਣੇ ਪੁੱਤਰ ਸਾਧੂ ਦੇ ਵਿਆਹ ਦੇ ਵਿੱਚ ਸੰਬੰਧ ਵਿੱਚ ਤਿਆਰੀਆਂ ਕੀਤੀਆਂ ਗਈਆਂ। ਚੰਗੇ ਪਕਵਾਨ ਮਠਿਆਈਆਂ ਬਣਾਈਆਂ ਗਈਆਂ। ਗੱਲ ਮੁੱਕਦੀ ਹੈ ਪਿਆਰਿਓ, ਉਸ ਵੇਲੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਇਧਰੋਂ ਭਾਈ ਆਕੁਲ ਨੇ ਸਤਿਗੁਰ ਦਾ ਓਟ ਆਸਰਾ ਤੱਕਿਆ। ਜਿਵੇਂ ਕਿਵੇਂ ਕਰਕੇ ਗੁਰਬਾਣੀ ਦਾ ਓਟ ਆਸਰਾ ਤੱਕਿਆ, ਗੁਰਸਿੱਖਾਂ ਦੀ ਸੇਵਾ ਕੀਤੀ। ਤੇ ਉਧਰ ਭਾਈ ਸਾਧੂ ਨੇ ਉਹਦਾ ਪਿਤਾ ਸਾਦਾ ਤੁਕਲਾਣੀ ਨਗਰ ਵਿੱਚ ਉਹਨਾਂ ਨੇ ਆਪਣੀ ਵਿਚਾਰ ਦੇ ਅਨੁਸਾਰ ਜੋ ਮੜੀਆਂ ਮਸਾਣੀਆਂ ਨੂੰ ਮੰਨਦੇ ਸਨ, ਉਹਨਾਂ ਦਾ ਸਿੱਖੀ ਨਾਲ ਕੋਈ ਪਿਆਰ ਨਹੀਂ, ਕੋਈ ਵਾਸਤਾ ਨਹੀਂ ਹੈ। ਉਹਨਾਂ ਨੂੰ ਭਾਵ ਵੀ ਕੋਈ ਸਿੱਖੀ ਦਾ ਪਤਾ ਨਹੀਂ। ਕਹਿੰਦੇ ਆਪਣੀ ਮਤ ਅਨੁਸਾਰ ਜਿਵੇਂ ਉਹ ਮੰਨਦੇ ਸੀ ਉਸੇ ਤਰ੍ਹਾਂ ਉਹਨਾਂ ਨੇ ਵਿਚਾਰ ਕੀਤੀ ਹੈ। ਮੜੀਆਂ ਮਸਾਣੀਆਂ ਪੂਜਣ ਲੱਗੇ ਨੇ। ਭਾਈ ਸਾਧੂ ਜੋ ਭਾਈ ਆਕੁਲ ਦਾ ਦਾਮਾਦ ਬਣਨ ਜਾ ਰਿਹਾ, ਉਹਨੂੰ ਮੜੀਆਂ ਮਸਾਣੀਆਂ ਤੇ ਮੱਥੇ ਟਿਕਵਾਏ ਗਏ। ਉਹਦੇ ਮੁਤਾਬਕ ਜੋ ਰੀਤ ਰਿਵਾਜ ਸਨ ਉਹ ਸਾਰੇ ਕੀਤੇ ਗਏ। ਤੇ ਭਾਈ ਸਾਧੂ ਦੀ ਬਰਾਤ ਕਹਿੰਦੇ ਉਹ ਦਿਨ ਆ ਗਿਆ, ਬਰਾਤ ਤਿਆਰ ਹੋਈ, ਸਾਰੀਆਂ ਵਿਚਾਰਾਂ ਕੀਤੀਆਂ ਤੇ ਭਾਈ ਸਾਦਾ ਆਪਣੇ ਪੁੱਤਰ ਦੀ ਬਰਾਤ ਲੈ ਕੇ ਆਪਣੇ ਨਗਰ ਤੁਕਲਾਣੀ ਤੋਂ ਰਵਾਨਾ ਹੋਇਆ ਇਧਰ ਵੱਡੇ ਘਰ ਨਗਰ ਵਿਖੇ। ਤੇ ਬਰਾਤ ਆਈ ਹੈ। ਭਾਈ ਆਕੁਲ ਨੇ ਬਰਾਤ ਦਾ ਸਵਾਗਤ ਕੀਤਾ। 3 ਦਿਨ ਤੱਕ ਬਰਾਤ ਉੱਥੇ ਰੱਖੀ ਆ ਤੇ ਸਤਿਗੁਰ ਦੀ ਕਿਰਪਾ ਹੀ, ਪਰ ਮਨ ਦੇ ਵਿੱਚ ਉਹ ਆਨੰਦ ਨਹੀਂ, ਉਹ ਖੁਸ਼ੀ ਨਹੀਂ ਹੈ ਜਿਹੜਾ ਆਨੰਦ, ਜਿਹੜੀ ਖੁਸ਼ੀ ਵਿਆਹ ਆਨੰਦ ਕਾਰਜ ਦੇ ਸਮੇਂ ਹੋਣੀ ਚਾਹੀਦੀ ਆ। ਭਾਈ ਆਕੁਲ ਦਾ ਮਨ ਉਦਾਸ ਹੈ। ਕਿਉਂਕਿ ਰਿਸ਼ਤਾ ਉਦਾਂ ਦਾ ਪ੍ਰਾਪਤ ਨਹੀਂ ਹੋਇਆ ਜਿੱਦਾਂ ਦਾ ਭਾਈ ਆਕੁਲ ਚਾਹੁੰਦੇ ਸਨ। ਭਾਵ ਗੁਰਸਿੱਖ ਪਰਿਵਾਰ ਨਹੀਂ ਮਿਲਿਆ। ਜੇ ਪਰਿਵਾਰ ਮਿਲਿਆ, ਬਾਕੀ ਸੰਸਾਰਕ ਜਿਹੜੀਆਂ ਵਿਚਾਰਾਂ ਸਨ ਉਹ ਤੇ ਸਹੀ ਸਨ, ਚੰਗੀਆਂ ਸਨ, ਪਰ ਜਿੱਥੇ ਸਿੱਖੀ ਦੀ ਵਿਚਾਰ ਆਈ ਕਹਿੰਦੇ ਉੱਥੇ ਆ ਕੇ ਇਹ ਗੱਲ ਵਿਚਾਰ ਆਪਸ ਦੇ ਵਿੱਚ ਮਿਲਦੀ ਨਹੀਂ, ਟਕਰਾਉਂਦੀ ਨਹੀਂ, ਮਤਭੇਦ ਨਹੀਂ ਮਿਲਦੇ। ਇਸ ਗੱਲੋਂ ਭਾਈ ਆਕੁਲ ਬੜਾ ਦੁਖੀ ਹੈ। ਤੇ ਉਸ ਵੇਲੇ ਕਹਿੰਦੇ 3 ਦਿਨ ਤੱਕ ਬਰਾਤ ਭਾਈ ਆਕੁਲ ਨੇ ਆਪਣੇ ਨਗਰ ਘਰ ਦੇ ਵਿੱਚ ਰੱਖੀ ਹੈ, ਚੰਗੀ ਸੇਵਾ ਕੀਤੀ ਹੈ, ਪਰ ਮਨ ਅੰਦਰੋਂ ਅੰਦਰੀ ਉਦਾਸ ਹੈ। ਇਹ ਅਰਦਾਸਾਂ ਬੇਨਤੀਆਂ ਪਿਆ ਕਰਦਾ ਸਤਿਗੁਰ ਦੇ ਸਨਮੁਖ, ਸਤਿਗੁਰ ਜੀ ਕਿਰਪਾ ਕਰ ਦਿਓ। ਕਹਿੰਦੇ ਹੁਣ ਰਿਸ਼ਤਾ ਠੁਕਰਾ ਤੇ ਨਹੀਂ ਸਕਦੇ, ਸਾਰੀਆਂ ਵਿਚਾਰਾਂ ਹੋ ਚੁੱਕੀਆਂ ਨੇ, ਆਪ ਜੀ ਕਿਰਪਾ ਕਰ ਦਿਓ। ਕਹਿੰਦੇ ਹੁਣ ਇਸੇ ਰਿਸ਼ਤੇ ਦੇ ਵਿੱਚ ਹੀ ਜਿਹੜੇ ਮਤਭੇਦ ਨਹੀਂ ਨਾ ਮਿਲਦੇ, ਇਹਦੇ ਵਿੱਚ ਹੀ ਸਤਿਗੁਰ ਜੀ ਉਦਾਂ ਦੀ ਵਿਚਾਰ ਬਣਾ ਦਿਓ ਕਿ ਇਹਨਾਂ ਨੂੰ ਸਿੱਖੀ ਪ੍ਰਦਾਨ ਕਰ ਦਿਓ, ਇਹੀ ਗੁਰਸਿੱਖ ਬਣ ਜਾਣ, ਇਹਨਾਂ ਦੇ ਨਾਲ ਸਾਡੇ ਮਤਭੇਦ ਰਲਣੇ ਸ਼ੁਰੂ ਹੋ ਜਾਣ। ਆਪ ਜੀ ਦੇ ਦਰ ਦੇ ਵਿੱਚ ਸਾਡੀ ਇਹੀ ਅਰਦਾਸ ਬੇਨਤੀ ਜੋਦੜੀ ਹੈ। ਤੇ ਭਾਈ ਆਕਲ ਜੀ ਰੋਜ਼ਾਨਾ ਇਦਾਂ ਅਰਦਾਸਾਂ ਬੇਨਤੀਆਂ ਕਰਿਆ ਕਰਨ। ਆਖਰਕਾਰ ਕਹਿੰਦੇ ਜਦੋਂ ਸਾਰੇ ਸ਼ਗਨ ਵਿਹਾਰ ਕੀਤੇ ਗਏ, ਆਨੰਦ ਕਾਰਜ ਵੀ ਹੋ ਗਏ ਨੇ। 3 ਦਿਨ ਤੱਕ ਬਰਾਤ ਰਹੀ ਤੇ ਤੀਜੇ ਦਿਨ ਆਨੰਦ ਕਾਰਜ ਕਰਕੇ ਪੂਰਨ ਸ਼ਗਨ ਵਿਹਾਰਾਂ ਦੇ ਨਾਲ ਭਾਈ ਆਕਲ ਨੇ ਆਪਣੀ ਪੁੱਤਰੀ ਦਾ ਡੋਲਾ ਭਾਈ ਸਾਧੂ ਦੀ ਪਤਨੀ ਦੇ ਰੂਪ ਦੇ ਵਿੱਚ ਤੇ ਭਾਈ ਸਾਦੇ ਦੀ ਨੂੰਹ ਦੇ ਰੂਪ ਦੇ ਵਿੱਚ ਆਪਣੀ ਪੁੱਤਰੀ ਨੂੰ ਆਪਣੇ ਘਰੋਂ ਵਿਦਾ ਕੀਤਾ, ਡੋਲਾ ਤੋਰਿਆ। ਤੇ ਇਧਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਡਰੋਲੀ ਨਗਰ ਵਿਖੇ, ਡਰੋਲੀ ਭਾਈ ਕੀ ਨਗਰ ਵਿਖੇ ਪਹੁੰਚੇ ਹੋਏ ਸਨ ਕਾਫੀ ਲੰਮੇ ਸਮੇਂ ਤੋਂ। ਤੇ ਉਸ ਵੇਲੇ ਭਾਈ ਆਕਲ ਆਪਣੀ ਪੁੱਤਰੀ ਨੂੰ ਲੈ ਕੇ ਸਤਿਗੁਰੂ ਜੀ ਦੇ ਕੋਲ ਕਾਫੀ ਦਫਾ ਆਇਆ ਵੀ ਹੈ, ਦਰਸ਼ਨ ਵੀ ਕੀਤੇ, ਸੰਗਤ ਵੀ ਕੀਤੀ ਸੀ। ਤੇ ਉਸ ਵੇਲੇ ਗੁਰੂ ਪਿਆਰਿਓ ਕਹਿੰਦੇ ਜਦੋਂ ਡੋਲਾ ਤੁਰਿਆ ਤੇ ਤੁਰੇ ਜਾ ਰਹੇ ਅੰਮ੍ਰਿਤ ਵੇਲਾ ਏ, ਡੋਲਾ ਤੁਰਿਆ ਤੇ ਉਸ ਤੋਂ ਪਹਿਲਾਂ
ਭਾਈ ਸਾਦਾ ਜੀ ਆਪਣੀ ਘੋੜੀ ਤੇ ਸਵਾਰ ਹੋ ਕੇ ਤੁਰੇ ਜਾ ਰਹੇ ਨੇ, ਨਾਲ ਡੋਲਾ ਏ ਤੇ ਨਾਲ ਨਾਲ ਭਾਈ ਸਾਦੇ ਦਾ ਪੁੱਤਰ ਸਾਧੂ ਹੈ। ਤੇ ਕਹਿੰਦੇ ਕੁਹਾਰਾਂ ਨੇ ਡੋਲਾ ਚੁੱਕਿਆ। ਕੁਹਾਰ ਉਹਨਾਂ ਨੂੰ ਕਿਹਾ ਜਾਂਦਾ, ਕਹਿੰਦੇ 4 ਆਦਮੀ ਜਦੋਂ ਡੋਲਾ ਚੁੱਕਦੇ ਨੇ ਮੋਢਿਆਂ ਦੇ ਉੱਤੇ, ਉਹਨਾਂ ਨੂੰ ਕੁਹਾਰ ਕਿਹਾ ਜਾਂਦਾ। ਉਹ ਤੁਰੇ ਜਾ ਰਹੇ ਨੇ, ਅੰਮ੍ਰਿਤ ਵੇਲਾ ਏ, ਥੋੜਾ ਬਹੁਤਾ ਹਨੇਰਾ ਏ ਤੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀਵਾਨ ਸਜਾ ਕਰਕੇ ਬੈਠੇ ਸਨ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਸਤਿਗੁਰ ਦੀ ਕਿਰਪਾ ਰਹਿਮਤ ਵਰਤ ਰਹੀ ਸੀ। ਸੰਗਤਾਂ ਵੱਡੇ ਪੱਧਰ ਦੇ ਉੱਤੇ ਵੱਡੇ ਭਾਰੀ ਇਕੱਠ ਦੇ ਵਿੱਚ ਬੈਠੀਆਂ ਸਨ ਵਿਰਾਜਮਾਨ ਹੋ ਕੇ। ਕਹਿੰਦੇ ਵੱਡੇ ਘਰ ਨਗਰ ਤੋਂ ਇਹ ਜਦੋਂ ਬਰਾਤ ਰਵਾਨਾ ਹੋਈ ਡੋਲਾ ਲੈ ਕੇ, ਤੇ ਰਸਤੇ ਵਿੱਚ ਸਤਿਗੁਰ ਜੀ ਵਿਰਾਜਮਾਨ ਸਨ। ਉਥੋਂ ਕੋਲ ਦੀ ਲੰਘਣਾ ਸੀ ਇਹਨਾਂ ਨੇ, ਤੇ ਜਦੋਂ ਕੋਲ ਦੀ ਲੰਘਣ ਲੱਗੇ ਤੇ ਭਾਈ ਆਕਲ ਦੀ ਪੁੱਤਰੀ ਨੇ ਸੁਣਿਆ ਸਾਦੀ ਵਾਰ ਦਾ ਕੀਰਤਨ ਹੋਇਆ। ਉਹਨੇ ਵਿਚਾਰ ਕੀਤੀ, ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਦੀਵਾਨ ਸਜਾ ਕਰਕੇ ਬੈਠੇ ਨੇ। ਉਸ ਵੇਲੇ ਕੁਹਾਰਾਂ ਨੂੰ ਬੇਨਤੀ ਕੀਤੀ, ਕਹਿਣ ਲੱਗੀ, ਜੀ ਮੈਂ ਸਤਿਗੁਰ ਦੇ ਦਰਸ਼ਨ ਕਰਨਾ ਚਾਹੁੰਦੀ ਆ, ਥੋੜੇ ਸਮੇਂ ਲਈ ਡੋਲਾ ਰੋਕ ਦੇਣਾ ਚਾਹੀਦਾ, ਰੋਕ ਦਿਓ। ਉਹ ਕੁਹਾਰਾਂ ਨੇ ਕਿਹਾ, ਕਹਿੰਦੇ ਨਹੀਂ ਜੀ ਅਸੀਂ ਇਦਾਂ ਨਹੀਂ ਕਰ ਸਕਦੇ, ਸਾਡੇ ਮਾਲਕ ਤੁਹਾਡੇ ਸਹੁਰਾ ਪਰਿਵਾਰ ਸਾਨੂੰ ਸਜ਼ਾ ਦੇਣਗੇ, ਅਸੀਂ ਇਦਾਂ ਡੋਲਾ ਰੋਕ ਹੀ ਨਹੀਂ ਸਕਦੇ। ਉਸ ਵੇਲੇ ਕਹਿੰਦੇ ਕੁਝ ਗਹਿਣੇ ਰਿਸ਼ਵਤ ਦੇ ਨਾਂ ਤੇ ਉਸ ਭਾਈ ਆਕਲ ਦੀ ਲੜਕੀ ਨੇ ਉਸ ਕੁਹਾਰਾਂ ਨੂੰ ਦਿੱਤੇ, ਉਹਨਾਂ ਨੂੰ ਰਿਸ਼ਵਤ ਦੇ ਨਾਂ ਤੇ ਦਿੱਤੇ, ਤੇ ਡੋਲਾ ਉਹਨਾਂ ਨੇ ਰੋਕ ਕੇ ਦਸ਼ਾ ਬਦਲ ਦਿੱਤੀ। ਜਿੱਧਰ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਬੈਠੇ ਸਨ ਉਧਰ ਨੂੰ ਡੋਲਾ ਲੈ ਗਏ। ਤੇ ਜਦੋਂ ਗਏ ਅੰਮ੍ਰਿਤ ਵੇਲਾ ਏ, ਥੋੜਾ ਬਹੁਤਾ ਹਨੇਰਾ ਏ, ਤੇ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਬੈਠੇ ਸਨ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਇਸ ਲੜਕੀ ਦਾ ਪੂਰਨ ਤੌਰ ਤੇ ਜਿਹੜੀ ਦੁਲਹਨ ਦੇ ਰੂਪ ਦੇ ਵਿੱਚ ਸਜੀ ਹੋਈ ਹੈ, ਭਾਈ ਆਕਲ ਦੀ ਲੜਕੀ, ਉਸੇ ਤਰ੍ਹਾਂ ਦੇ ਗਹਿਣੇ ਆਰ ਸ਼ਿੰਗਾਰ ਲੱਗਿਆ, ਉਦਾਂ ਦੇ ਵਸਤਰ ਕੱਪੜੇ ਪਾਏ ਹੋਏ ਨੇ। ਤੇ ਜਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰ ਦੇ ਦਰਸ਼ਨ ਕੀਤੇ, ਮਨ ਖੁਸ਼ ਹੋ ਗਿਆ। ਉਸ ਵੇਲੇ ਸਤਿਗੁਰੂ ਜੀ ਨੇ ਦੇਖਿਆ ਕਿ ਲੜਕੀ ਦੇ ਸ਼ਿੰਗਾਰ ਕੀਤੇ ਹੋਏ ਨੇ, ਵਿਆਹ ਆਨੰਦ ਕਾਰਜ ਦਾ ਪ੍ਰੋਗਰਾਮ ਸਭ ਕੁਝ ਹੋਇਆ, ਤੇ ਡੋਲੇ ਦੇ ਵਿੱਚੋਂ ਨਿਕਲ ਕੇ ਲੜਕੀ ਆਈ ਹੈ। ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਬੇਨਤੀ ਕਰ ਲੱਗੀ, ਸਤਿਗੁਰ ਜੀ ਆ ਜਿਵੇਂ ਕਿਵੇਂ ਆਪ ਜੀ ਦੇ ਭਾਣੇ ਦੇ ਵਿੱਚ ਹੀ ਸਭ ਕੁਝ ਹੁੰਦਾ, ਪਰ ਕਿਰਪਾ ਕਰ ਦਿਓ। ਕਈ ਦਫਾ ਬੇਨਤੀ ਕਰਕੇ ਉਹ ਕਾਰਜ ਨੂੰ ਸਵਾਰਿਆ ਜਾਂਦਾ, ਆਪ ਜੀ ਕਿਰਪਾ ਕਰ ਦਿਓ। ਕਹਿੰਦੇ ਮੇਰੇ ਪਿਤਾ ਨੇ ਆਪ ਜੀ ਦੇ ਚਰਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਪਰ ਕਹਿੰਦੇ ਜਿੱਥੇ ਮੇਰਾ ਰਿਸ਼ਤਾ ਹੋਇਆ ਉਹ ਸਾਰੀ ਗੱਲ ਦੱਸੀ। ਕਹਿੰਦੇ ਇਦਾਂ ਕਰਕੇ ਉਹ ਸਖੀ ਸਰਵਰ ਨੂੰ ਮੰਨਦੇ ਆ, ਮੜੀਆਂ ਮਸਾਣੀਆਂ ਨੂੰ ਮੰਨਦੇ, ਸਿੱਖੀ ਦਾ ਉਹਨਾਂ ਦੇ ਹਿਰਦੇ ਵਿੱਚ ਕਦਾਚਿਤ ਵੀ ਕੋਈ ਲੈਣ ਦੇਣ ਨਹੀਂ, ਕੋਈ ਉਹਨਾਂ ਦੇ ਨਾਲ ਸਾਡੇ ਮਤਭੇਦ ਰਲਦੇ ਨਹੀਂ, ਪਰ ਸ਼ਾਦੀ ਰਿਸ਼ਤਾ ਕਰਨਾ ਪੈ ਗਿਆ। ਉਸ ਵੇਲੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਦੀ ਅਰਦਾਸ ਬੇਨਤੀ ਪ੍ਰਵਾਨ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਦੇਖ ਪੁੱਤਰੀ, ਇਹ ਜਿਹੜੀ ਵਿਚਾਰ ਹੈ ਤੇਰੇ ਕਰਮਾਂ ਦੇ ਲੇਖੇ ਨੇ, ਇਹ ਕਰਮਾਂ ਦੇ ਵਿੱਚ ਹੋਣਾ ਹੀ ਸੀ, ਪਰ ਹੁਣ ਤੂੰ ਸਤਿਗੁਰ ਦੇ ਸ਼ਰਨ ਵਿੱਚ ਆਈ, ਸੰਗਤ ਕੀਤੀ ਹੈ, ਇਹਦੇ ਪੁੰਨ ਕਰਕੇ ਕਹਿੰਦੇ ਤੈਨੂੰ ਇਹ ਇੰਨਾ ਕੁ ਪ੍ਰਾਪਤ ਹੋ ਜਾਵੇਗਾ, ਜਿਹੜਾ ਤੇਰਾ ਸਹੁਰਾ ਪਰਿਵਾਰ ਉਹ ਸਿੱਖੀ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਏਗਾ, ਸਤਿਗੁਰ ਦੀ ਕਿਰਪਾ ਹੋ ਜਾਵੇਗੀ। ਉਸ ਵੇਲੇ ਬੇਨਤੀ ਕਰ ਲੱਗੀ, ਸਤਿਗੁਰ ਜੀ ਮੈਨੂੰ ਚਾਹੀਦਾ ਵੀ ਇਦਾਂ ਹੀ ਆ, ਮੇਰਾ ਸਾਰਾ ਸਹੁਰਾ ਪਰਿਵਾਰ ਸਿੱਖੀ ਦੇ ਰੂਪ ਦੇ ਵਿੱਚ ਬਦਲ ਜਾਵੇ, ਉਹ ਮੜੀਆਂ ਮਸਾਣੀਆਂ ਭੂਤਾਂ ਪ੍ਰੇਤਾਂ ਨੂੰ ਮੰਨਣੋਂ ਬੰਦ ਕਰ ਦੇਣ, ਸਿੱਖੀ ਦੀ ਪ੍ਰਾਪਤੀ ਕਰ ਲੈਣ। ਇਹ ਬੇਨਤੀ ਕੀਤੀ। ਸਤਿਗੁਰੂ ਜੀ ਕਹਿੰਦੇ ਹੋਵੇਗਾ ਇਦਾਂ ਹੀ।
तेरे कर्मां दे अनुसार ये सब कुछ प्राप्त होया। वो कहंदी सतगुरु जी मैनूं दुख बहुत है इस गल दा। सतगुरु जी कहंदे हुण तुसीं चल के साडे सन्मुख आए हो, कहंदे इहदा फल तुहानूं जरूर प्राप्त होवेगा, उन्हां विच सुखी प्राप्त होवेगी। ते गुरु प्यारिओ उस वेले जदों देखिया ना भाई साधे ने कि डोला वापस पिछे आउंदा नहीं, कल्ला साधु आ रिहा, ते भाई साधे ने अपने पुत्र साधु नूं पुछा, कहंदे डोला कित्थे है? वो कहण लगा जी उहदे पिछे रह गया। सतगुरु जी वल कुहार चले गए, उधर भुलेखे दे नाल नेरे विच सतगुरु गुरु हरगोबिंद महाराज दे कोल चले गए उधर। ते भाई साधे ने अपने पुत्र नूं पूर्ण ताड़ना करके क्या कहंदा, जा लैके आ, सतगुरु कोल नहीं आपां जाना, अपना कोई उन्हां दे नाल कोई संबंधी कोई नहीं, कोई रिलेशन कोई नहीं, सतगुरु जी दे कोल सिੱਖੀ नाल आपां कोई वास्ता ही नहीं रखते, जा फटाफट लैके आ अपनी इस्त्री ते मेरी नूह नूं। उस वेले जदों भाई साधु कहंदे दवा दा भज्जिया भज्जिया आया घोड़े ते सवार होके, ते गुस्सा मन दे विच के सतगुरु जी दे वल डोला चला गया। तुरिया आउंदा, ज्यों ही सतगुरु जी सामने दर्शन होए ने भाई साधु नूं, ते गुरु प्यारिओ उस वेले ओहदा जिहड़ा गुस्सा सी, ओहदे मन दे विच जिहड़ा हंकार सी, पाप सी, वो तद क्षण दे विच नाश हो गया सतगुरु दे दर्शन करके। ते आके सतगुरु जी नूं जदों नमस्कार कीती, सतगुरु जी ने भाई साधु नूं सिੱਖੀ प्रदान की, अपने चरणों का चरण मृत बख्शिश किया, उन्होंने सिख बना दिता सतगुरु जी ने, ते उन्हें भी सिੱਖੀ प्राप्त की। सतगुरु जी ने समझाया, कहंदे सिੱਖੀ प्राप्त करो, मड़ियां मसाणियां भूता प्रेतां नूं मनणो बंद करो। कहंदे एवें संसार दे विच मनुखा जन्म जीवन प्राप्त होया, अमोलक जीवन है, तो चंगा लाहा प्राप्त करो। सतगुरु जी ने उपदेश दिता, ਐਵੇਂ ਵਿਅਰਥਾ ਨਾ। ਸਤਿਗੁਰੂ ਜੀ ਕਹਿੰਦੇ ਸੰਸਾਰ ਵਿੱਚ ਜੀਵਨ ਨੂੰ ਗਵਾਉਣਾ ਕਰੋ, ਪਤਾ ਨਹੀਂ ਕਿਹੜੇ ਚੰਗੇ ਕਰਮ ਦੇਖ ਕੇ ਪ੍ਰਮਾਤਮਾ ਨੇ ਮਨੁੱਖਾ ਜੀਵਨ ਸਾਨੂੰ ਪ੍ਰਦਾਨ ਕੀਤਾ, ਇਦੋਂ ਕੁਝ ਨਾ ਕੁਝ ਲਾਹਾ ਪ੍ਰਾਪਤ ਕਰ ਲੈਣਾ ਚਾਹੀਦਾ। ਸਤਿਗੁਰੂ ਜੀ ਨੇ ਅਨੇਕ ਪ੍ਰਕਾਰ ਦੇ ਦਲੀਲਾਂ ਦੇ ਕੇ ਉਸ ਵੇਲੇ ਉਸ ਭਾਈ ਸਾਧੂ ਨੂੰ ਸਮਝਾਇਆ, ਤੇ ਸੁਖੈਨ ਹੀ ਭਾਈ ਸਾਧੂ ਦੇ ਦਿਮਾਗ ਦੇ ਵਿੱਚ ਮਤ ਦੇ ਵਿੱਚ ਸਤਿਗੁਰ ਦੀ ਵਿਚਾਰ, ਸਤਿਗੁਰ ਦਾ ਉਪਦੇਸ਼ ਪ੍ਰਾਪਤ ਹੋ ਗਿਆ। ਉਹ ਦੋਨੋਂ ਜਾਣੇ ਸਤਿਗੁਰ ਤੋਂ ਸਿੱਖੀ ਪ੍ਰਾਪਤ ਕਰਕੇ ਬੜੇ ਧੰਨਤਾ ਜੋ ਕੋਈ ਸਤਿਗੁਰ ਦੀ ਕਿਰਪਾ ਹੋਈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਦੇਖ ਭਾਈ ਸਾਧੂ ਤੇਰੇ ਗ੍ਰਹਿ ਵੇਖੇ ਸਮਾਂ ਪਾ ਕੇ ਇੱਕ ਏਦਾਂ ਦਾ ਪੁੱਤਰ ਪ੍ਰਾਪਤ ਹੋਵੇਗਾ ਜਿਹੜਾ ਕਿ ਸੰਸਾਰ ਦੇ ਵਿੱਚ ਜਾਣਿਆ ਜਾਵੇਗਾ, ਜਿਹਦੇ ਤੇ ਸਤਿਗੁਰੂ ਗੁਰੂ ਨਾਨਕ ਦੇ ਦਰ ਕਰ ਦੀ ਬਖਸ਼ਿਸ਼ ਰਹਿਮਤ ਹੋਵੇਗੀ, ਸਮਾਂ ਪਾ ਕੇ ਪੁੱਤਰ ਦੀ ਪ੍ਰਾਪਤੀ ਹੋਵੇਗੀ। ਤੇ ਸਤਿਗੁਰੂ ਜੀ ਨੇ ਬਚਨ ਕਹੇ, ਤੇ ਥੋੜੇ ਸਮੇਂ ਦੇ ਵਿੱਚ ਹੀ ਕਹਿੰਦੇ ਸਾਰੀ ਸਿੱਖੀ ਪ੍ਰਾਪਤ ਕਰਕੇ ਬਚਨ ਵਿਲਾਸ ਕਰਦੇ ਹੋਏ ਡੋਲਾ इधर तुकलाणी नगर वल बधन वास्ते रवानगी प्राप्त करन वास्ते चलिया। ते गुरु प्यारे उस वेले सतगुर दी कृपा रहमत होई है। हौली हौली कहंदे तुकलाणी नगर विखे डोला पहुंचया, भाई साधु भी पहुंचा ने सिक्खी प्राप्त कर चुकी है। उस वेले नगर विच पहुंचया, घर परिवार विच जदों पहुंचे ने आखिरी जड़ियां रस्मां हुंदियां ने डोले पहुंचण ते सारे तुकलाणी नगर विच भाई साधे दे परिवार वल्लों कीतियां गईयां। बाद विच जिवें उन्हां दी मद सी वो मड़ियां मसाणियां ते मत्था टकाउण लगे नवीं इस बियांदड़ जोड़ी नूं। उस वेले भाई साधु ने मना कर दिता, कहंदे असीं इत्थे मड़ियां मसाणियां ते मत्था टेकना ही नहीं, असी सतगुर दी सिक्खी प्राप्त कर चुके हाँ। ते सिक्खी दा मड़ियां मसाणियां दा आपस विच कोई मेल नहीं आ, जिवें कहंदे अग ते पानी दा कोई मेल नहीं, सतगुर जी कहंदे दिन ते रात दा कोई मेल नहीं। इसे तरह साडा
ਇਹਨਾਂ ਮੜੀਆਂ ਮਸਾਣੀਆਂ ਦੇ ਨਾਲ ਕੋਈ ਮੇਲ ਨਹੀਂ ਆ। ਜਿੱਥੇ ਅੱਗ ਹੈ ਉੱਥੇ ਪਾਣੀ ਨਹੀਂ, ਜਿੱਥੇ ਪਾਣੀ ਹੈ ਉੱਥੇ ਅੱਗ ਨਹੀਂ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਹੁਣ ਸਾਡੇ ਹਿਰਦੇ ਵਿੱਚ ਸਤਿਗੁਰ ਦੀ ਸਿੱਖੀ ਪ੍ਰਾਪਤ ਹੋ ਚੁੱਕੀ, ਅਸੀਂ ਮੜੀਆਂ ਮਸਾਣੀਆਂ ਨੂੰ ਨਹੀਂ ਮੰਨਣਾ। ਤੇ ਲੋਕ ਜਿਹੜੇ ਰਿਸ਼ਤੇਦਾਰ ਆਂਢ ਗੁਆਂਢ ਨੇ ਗੱਲਾਂ ਕਰਦੇ, ਕਹਿੰਦੇ ਭਾਈ ਸਾਦੇ ਦੇ ਪੁੱਤਰ ਸਾਧੂ ਦਾ ਦਿਮਾਗ ਫਿਰ ਗਿਆ, ਇਹ ਪਤਾ ਨਹੀਂ ਕਿੱਥੋਂ ਸਿੱਖੀ ਲੈ ਆਇਆ, ਕਿਹਦੀ ਮੱਤ ਲੈ ਆਇਆ, ਕਿਦੋਂ ਸਿੱਖਿਆ ਲੈ ਆਇਆ। ਅਸੀਂ ਪੀੜ੍ਹੀਆਂ ਤੱਕ ਮੰਨਦੇ ਆਉਂਦੇ ਆ ਇਹਨਾਂ ਮੜੀਆਂ ਮਸਾਣੀਆਂ ਨੂੰ, ਚੰਗੇ ਘਰ ਵਿੱਚ ਵਸਦੇ ਆ। ਪਰ ਹੁਣ ਸਾਧੂ ਨੇ ਕੋਈ ਵੱਖਰੀ ਪਤਾ ਨਹੀਂ ਕਿੱਥੋਂ ਮੱਤ ਲੈ ਲਈ, ਕੀ ਵਿਚਾਰ ਕਰ ਲਈ, ਕਹਿੰਦੇ ਤੇ ਮੰਨਣ ਨੂੰ ਤਿਆਰ ਹੀ ਨਹੀਂ। ਉਹ ਧੱਕੇ ਨਾਲ ਮਨਾਉਣ ਲੱਗੇ, ਪਰ ਭਾਈ ਸਾਧੂ ਨੇ ਉਹ ਘਰ ਵਿੱਚ ਬਣਾਈ ਹੋਈ ਜਗ੍ਹਾ ਮੜੀ ਮਸਾਣੀ ਤੇ ਲੱਤ ਮਾਰੀ। ਉਹ ਕਹਿੰਦਾ ਮੈਂ ਨਹੀਂ ਮੰਨਣਾ। ਤੇ ਉਸ ਵੇਲੇ ਸਾਰੇ ਆਂਢ ਗੁਆਂਢ ਰਿਸ਼ਤੇਦਾਰ ਜੋ ਮੇਲ ਆਇਆ ਸੀ ਵਿਆਹ ਦੇ ਵਿੱਚ, ਉਹ ਕਹਿਣ ਲੱਗੇ ਆਪੇ ਜਦੋਂ ਇਹਨੂੰ ਦੁੱਖ ਪ੍ਰਾਪਤ ਹੋਵੇਗਾ ਨੇ ਆਪਾਂ ਹੀ ਮੰਨਣ ਲੱਗ ਪੈਣਾ, ਛੱਡੋ ਇਹਦੇ ਨਾਲ ਹੁਣ ਇਹ ਵਿਚਾਰ ਕਰਨੀ ਬੰਦ ਹੀ ਕਰ ਦਿਓ। ਤੇ ਗੁਰੂ ਪਿਆਰੇ ਉਸ ਵੇਲੇ ਰਾਤ ਨੂੰ ਉੱਠ ਕੇ ਭਾਈ ਸਾਧੂ ਨੇ ਉਹ ਜਿਹੜੀ ਘਰ ਦੇ ਵਿੱਚ ਮੜੀ ਬਣਾਈ ਸੀ, ਜਗ੍ਹਾ ਬਣਾਈ ਸੀ, ਉਹ ਢਾਹ ਦਿੱਤੀ। ਤੇ ਦਿਨ ਦੇ ਵਿੱਚੋਂ ਫੇਰ ਭਾਈ ਸਾਦਾ ਬਣਾ ਦਿਆ ਕਰੇ ਰਿਸ਼ਤੇਦਾਰਾਂ ਨਾਲ ਮਿਲ ਕੇ, ਤੇ ਰਾਤ ਨੂੰ ਭਾਈ ਸਾਧੂ ਢਾਹ ਦਿਆ ਕਰੇ। ਏਦਾਂ ਕਾਫੀ ਲੰਮੇ ਸਮੇਂ ਤੱਕ ਕੰਮ ਚੱਲਿਆ ਤੇ ਸਮਾਂ ਬਤੀਤ ਹੁੰਦਾ ਗਿਆ। ਭਾਈ ਸਾਧੂ ਦੇ ਗ੍ਰਹਿ ਵਿਖੇ ਇੱਕ ਪੁੱਤਰ ਨੇ ਜਨਮ ਲਿਆ। ਇਹ ਬੜੇ ਖੁਸ਼ ਹੋਏ ਕਿ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਤੁਹਾਡੇ ਗ੍ਰਹਿ ਵਿਖੇ ਇੱਕ ਪੁੱਤਰ ਜਨਮ ਲਵੇਗਾ ਜਿਹੜਾ ਸਿੱਖੀ ਦੇ ਵਿੱਚ ਪ੍ਰਫੁੱਲਤ ਹੋਵੇਗਾ। ਤੇ ਇਹਨਾਂ ਨੇ ਫਟਾਫਟ ਇੱਧਰ ਸਤਿਗੁਰੂ ਜੀ ਦੇ ਕੋਲ ਆਏ। ਡਰੋਲੀ ਨਗਰ ਵਿਖੇ ਭਾਈ ਕੀ ਡਰੋਲੀ ਆ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਨੂੰ ਬੇਨਤੀ ਕਰ ਲੱਗੇ, ਸਤਿਗੁਰੂ ਜੀ ਆ ਪੁੱਤਰ ਨੇ ਜਨਮ ਲਿਆ, ਆਪ ਜੀ ਕਿਰਪਾ ਕਰੋ ਇਹਦਾ ਨਾਮ ਰੱਖੋ, ਕੀ ਰੱਖੋਗੇ? ਤੇ ਬਹੁਤ ਸੁੰਦਰ ਪੁੱਤਰ ਸੀ ਉਹ, ਉਹਦਾ ਰੂਪ ਇੰਨਾ ਸੀ ਦਗ ਦਗ ਕਰਦਾ ਉਹਦਾ ਚਿਹਰਾ। ਤੇ ਸਤਿਗੁਰੂ ਜੀ ਨੇ ਉਹਦੇ ਚਿਹਰੇ ਵੱਲ ਦੇਖਿਆ, ਉਹਦੇ ਰੂਪ ਵੱਲ ਵੇਖਿਆ ਤੇ ਨਾਮ ਕੀ ਰੱਖਿਆ? ਕਵੀ ਸੰਤੋਖ ਸਿੰਘ ਜੀ ਲਿਖਦੇ ਭਾਈ ਰੂਪਾ ਕਰਕੇ ਰੂਪ ਚੰਦ ਉਹਦਾ ਨਾਮ ਰੱਖਿਆ, ਰੂਪ ਚੰਦ। ਤੇ ਸਤਿਗੁਰ ਦੀ ਕਿਰਪਾ ਰਹਿਮਤ ਹੋਈ, ਇਹਦੇ ਨਾਮ ਤੇ ਆ ਨਗਰ ਹੈ ਨਾ ਜਿਹੜਾ ਭਾਈ ਰੂਪਾ, ਉਹ ਭਾਈ ਰੂਪਾ ਨਗਰੇ ਦੇ ਨਾਮ ਤੇ ਕਰਕੇ ਵਰਣਨ ਹੋਇਆ। ਸਤਿਗੁਰ ਦੀ ਕਿਰਪਾ ਰਹਿਮਤ ਹੋਈ, ਰੂਪ ਚੰਦ ਉਹਦਾ ਨਾਮ ਰੱਖਿਆ ਗਿਆ। ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਈ। ਏਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਦੀ ਉਸ ਤੁਕਰਾਣੀ ਨਗਰ ਦੇ ਵਿੱਚ ਸਤਿਗੁਰ ਨੇ ਸਿੱਖੀ ਪ੍ਰਦਾਨ ਕੀਤੀ, ਆਪਣੇ ਸੇਵਕ ਦੀ ਪੱਤ ਬਰੋ ਇੱਜ਼ਤ ਰੱਖੀ ਹੈ। ਤਾਂ ਤੇ ਆਓ ਪਿਆਰੀ ਸੰਗਤ ਜੀ, ਇਦਾਂ ਕਰਕੇ ਸਤਿਗੁਰ ਨੇ ਬਖਸ਼ਿਸ਼ ਕੀਤੀ। ਅੱਗੇ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰ ਜੀ ਕੀ ਬਖਸ਼ਿਸ਼ਾਂ ਰਹਿਮਤਾਂ ਕਰਦੇ ਆ, ਆਪਣੇ ਸਿੱਖਾਂ ਦੇ ਉੱਤੇ ਕੀ ਬਖਸ਼ਿਸ਼ ਕਰਦੇ ਹੋ ਰਹਿੰਦੀ, ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਵਿੱਚ ਕਥਾ ਕਰਦੇ ਆ, ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੀਆਂ तमाम ਗਲਤੀਆਂ, ਅੱਖਰ ਵਾਧਾ ਘਾਟਾ ਸਤਿਗੁਰ ਜੀ ਭੁੱਲ ਚੁੱਕ ਮਾਫ ਕਰਨ, ਅੱਗੇ ਤੋਂ ਸਮਤ ਬਖਸ਼ਣ, ਬਾਣੀ ਪੜਨ ਦੀ, ਸੇਵਾ ਸਿਮਰਨ ਕਥਾ ਵਿਚਾਰਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਪਹੁੰਚਿਆ ਕਰੋ ਪਿਆਰਿਓ। ਸਤਿਗੁਰ ਦੀ ਕਿਰਪਾ ਨਾਲ ਸਾਡੇ ਬਹੁਤ ਵੱਡੇ ਉੱਤਮ ਭਾਗ ਨੇ ਕਿ ਸਤਿਗੁਰ ਜੀ ਇਹ ਆਨੰਦ ਸਾਨੂੰ ਬਖਸ਼ ਰਹੇ ਨੇ, ਆਪਣੀ ਨਿੱਘੀ ਗੋਦ ਦੇ ਵਿੱਚ ਬਹਿਣ ਦਾ ਸੁਭਾਗ ਬਖਸ਼ਦੇ ਨੇ। ਸਤਿਗੁਰ ਜੀ ਕਿਰਪਾ ਕਰਦੇ ਨੇ, ਜੇ ਇਸ ਗੋਦ ਦੇ ਵਿੱਚ ਕਦੇ ਕੋਈ ਦੁੱਖ ਤਕਲੀਫ ਨਹੀਂ ਵਿਆਪਦਾ। ਇਸ ਕਰਕੇ ਆਓ ਵੱਧ ਤੋਂ ਵੱਧ